ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉੱਥੋਂ ਦੇ ਹਲਕਾ ਕੋਲ ਦੇ ਉਮੀਦਵਾਰ ਬਾਬਾ ਜੀ ਆਪਣੇ 'ਚ ਪਹੁੰਚੇ ਨੇ। ਅੱਜ ਇਹਨਾਂ ਨੇ ਪਾਰਟੀ ਦੇ ਆਪਣੇ ਕਾਰਜਾਂ ਬਾਰੇ ਅੱਜ ਆਪਾਂ ਨੂੰ ਚਾਨਣਾ ਪਾਉਣਾ, ਬਿਨਾਂ ਦੀ ਪਾਰਟੀ ਕੀ ਕਰ ਰਹੀ ਹੈ ਤੇ ਬਾਕੀ ਪਾਰਟੀਆਂ ਕੀ ਕਰ ਰਹੀਆਂ ਉਹ ਵੀ ਤੁਹਾਨੂੰ ਦੱਸਣਗੇ। ਕਿਉਂਕਿ ਜ਼ਿਆਦਾਤਰ ਆਪਾਂ ਦੇਖਦੇ ਹਾਂ ਦਬਦਬਾ ਕਹਿੰਦੇ ਝਾੜੂ ਦਾ ਹਨਾ, ਪਰ ਉਹਨਾਂ ਬਾਰੇ ਵੀ ਦੱਸਣਗੇ ਕਿ ਕੇਜਰੀਵਾਲ ਨੇ ਕੀ ਸਾਡੇ ਨਾਲ ਉਹ ਕੀਤਾ। ਕਿਉਂਕਿ ਕੋਰਟ ਦੇ ਵਿੱਚੋਂ ਵੀ ਸਾਰੇ ਪਾਸਿਓਂ ਦਵਿੰਦਰਪਾਲ ਸਿੰਘ ਭੁੱਲਰ ਆ ਉਹ ਕੇਸ ਜਿੱਤ ਚੁੱਕੇ ਨੇ, ਪਰ ਹਜੇ ਤੱਕ ਉਹਨਾਂ ਨੇ ਸਰਦਾਰ ਦਵਿੰਦਰਪਾਲ ਸਿੰਘ ਜੀ ਭੁੱਲਰ ਪ੍ਰੋਫੈਸਰ ਉਹਨਾਂ ਨੂੰ ਹਜੇ ਤੱਕ ਰਿਹਾ ਨਹੀਂ ਕੀਤਾ। ਜੇਕਰ ਆਪਾਂ ਉਮਰ ਭਰ ਦੀ ਕੈਦ ਵੀ ਲਾ ਲਈਏ ਨਾ, ਕਹਿੰਦੇ 14 ਸਾਲ ਬਣਦੀ ਹੈ, ਪਰ ਸਰਦਾਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਉਹ ਤਕਰੀਬਨ 1995 ਤੋਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਤੇ ਸਾਰੇ ਫੈਸਲੇ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਨੇ। 27 ਸਾਲ ਹੋ ਗਏ, ਜੇ ਦਿਨ ਰਾਤ ਦੀ ਆਪਾਂ ਲਾ ਲਈਏ 27 ਤੋਂ 54 ਫਿਰ ਛੁੱਟੀਆਂ ਵੀ ਆ ਜਾਂਦੀਆਂ। ਘੱਟੋ ਘੱਟ 57 ਸਾਲ ਦੀ ਉਮਰ ਸਰਦਾਰ ਦਵਿੰਦਰਪਾਲ ਸਿੰਘ ਜੀ ਭੁੱਲਰ ਉਹ ਭੁਗਤ ਚੁੱਕੇ ਨੇ, ਪਰ ਹਜੇ ਤੱਕ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸ ਕਰਕੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਨੇ ਜਿਹੜੇ ਮੁੱਦਾ ਉਠਾਉਂਦੇ ਨੇ ਕਿ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੋ, ਤੇ ਭਗਵੰਤ ਮਾਨ ਕਹਿੰਦਾ ਵੀ ਬਹੁਤ ਗੱਲਾਂ ਕਰਦਾ ਹੈਗਾ ਵੀ ਅਸੀਂ ਐਂ ਕਰ ਦਾਂਗੇ, ਪੰਜਾਬ ਦੇ ਵਿੱਚ ਐਂ ਕਰ ਦਾਂਗੇ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਨਾ ਪੜ੍ਹਦੇ ਨਾ ਆਪਾਂ ਸ਼ਲੋਕ ਜਾਪੀ ਸਾਹਿਬ ਦੇ ਵਿੱਚ, ਕਹਿੰਦੇ ਪਵਨ ਗੁਰੂ ਹਵਾ ਆਪਣੇ ਗੁਰੂ ਆ ਹਨਾ, ਪਾਣੀ ਪਿਤਾ, ਤੇ ਹੁਣ ਦਾਅਵੇ ਕਰਦੇ ਨੇ ਵੀ ਅਸੀਂ ਪਾਣੀ ਨੂੰ ਬਚਾਉਣੇ ਆ। ਕੀ ਮੰਨ ਕੇ ਚਲੋ ਕੇਜਰੀਵਾਲ ਦੀ ਸਰਕਾਰ ਬਣਦੀ ਆ, ਉਹ ਪੰਜਾਬ ਦਾ ਪਾਣੀ ਪੰਜਾਬ 'ਚ ਰਹਿਣ ਦੇ ਦੂਗਾ ਜੀ? ਦੱਸੋ, ਰਹਿਣ ਦੇ ਦੂਗਾ ਜੀ? ਉਹ ਤਾਂ ਦਿੱਲੀ ਨੂੰ ਲੈ ਕੇ ਜਾਊਗਾ। ਤੇ ਫਿਰ ਜਦੋਂ ਆਪਣਾ ਹਰੇਕ ਚੀਜ਼ ਦਾ ਨਾ ਮੰਨ ਕੇ ਚਲੋ ਆਪਣਾ ਘਰ ਆ, ਜਿਹੜੀ ਵੀ ਇਹਦੇ ਘਰ ਦੇ ਅੰਦਰ ਵਸਤ ਆ ਗਈ ਇਹ ਆਪਣੇ ਅੰਡਰ ਆ ਨਾ, ਐਂ ਤਾਂ ਨਹੀਂ ਕੋਈ ਗੁਆਂਢੀ ਚੱਕ ਕੇ ਲੈ ਜਾਊਗਾ। ਤੇ ਫਿਰ ਪਾਣੀ ਆ ਜਿਹੜਾ ਉਹ ਪੰਜਾਬ ਦਾ ਫ੍ਰੀ ਚ ਲਿਆ ਰਹੇ ਨੇ। ਝਾਤ ਮਾਰੋ ਆਪਣੇ ਫਿਰ ਦੇ ਅੰਦਰ ਕਿ ਇਹਨਾਂ ਚੋਰਾਂ ਤੋਂ ਬਚੋ। ਕੈਪਟਨ ਨੇ ਕਹਿੰਦੇ ਗੁਟਕਾ ਸਾਹਿਬ ਚੱਕ ਕੇ ਸਹੁੰ ਖਾਧੀ ਸੀਗੀ ਵੀ ਮੈਂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਦੋਸ਼ੀਆਂ ਨੂੰ ਮੈਂ ਸਜ਼ਾ ਦਿਵਾਵਾਂਗਾ। ਖਾਧੀ ਸੀ ਨਾ ਜੀ? ਹਾਂਜੀ। ਫਿਰ ਸਜ਼ਾ ਦਿੱਤੀ ਹੈ ਕਿਸੇ ਨੂੰ? ਨਹੀਂ ਮਿਲੀ। ਤੇ ਆਪਾਂ ਨੇ ਜਿਹੜੇ ਕਿਸਾਨ ਭਰਾ ਹੈਗੇ ਆਪਾਂ ਨੇ ਸਹੁੰ ਉੱਥੇ ਜਾ ਕੇ ਚੁੱਕੀ ਸੀ ਦਿੱਲੀ। ਆਪਾਂ ਕੈਪਟਨ ਨੂੰ ਕਹੇ ਨੇ ਮਾੜਾ ਹੋ ਯਾਰ, ਮਾੜਾ ਗਾ। ਆਪਾਂ ਇਦੋਂ ਵੀ ਮਾੜੇ ਹੈਗੇ। ਆਪਾਂ ਕੀ ਕਿਹਾ ਸੀਗਾ, ਆਹ ਸਿਆਸੀ ਪਾਰਟੀਆਂ ਨੇ ਪਿੰਡ 'ਚ ਨਹੀਂ ਵੜਨ ਦਿੱਤੇ, ਉੱਥੇ ਸਹੁੰ ਚੁੱਕੀ ਨਾ ਦਿੱਲੀ ਸਾਰਿਆਂ ਨੇ। ਤੇ ਹੁਣ ਫਿਰ ਉਹਨਾਂ ਪਿੱਛੇ ਕੋਈ ਅਕਾਲੀ ਦਲ ਮਗਰਾ, ਕੋਈ ਕਾਂਗਰਸ ਮਗਰਾ, ਕੋਈ ਝਾੜੂ ਮਗਰਾ। ਇਹ ਸਾਡੀ ਕੋਈ ਪਾਰਟੀ ਨਹੀਂ, ਸਿੱਖ ਜਥੇਬੰਦੀ ਇੱਕ। ਸੋ ਹੁਣ ਮੈਂ ਜ਼ਿਆਦਾ ਕੁਛ ਨਾ ਬੋਲਾਂ, ਇਸ ਕਰਕੇ ਬੇਨਤੀ ਹੈ ਕਿ ਬਾਬਾ ਜੀ ਹੁਣ 2-4 ਮਿੰਟ ਉਹ ਵੀ ਆਪਣੇ ਵਿਚਾਰ ਰੱਖਣੇ। ਬਾਬਾ ਗੁਰਚਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦੀ ਵਿਚਾਰ ਨੂੰ ਲੈ ਕੇ ਉਹਨਾਂ ਤੋਂ ਅੱਗੇ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਉਹਨਾਂ ਨੇ ਡਿਊਟੀ ਸੰਭੀ। ਮਸਲੇ ਬਹੁਤ ਜ਼ਿਆਦੇ ਆ, ਮਸਲੇ ਕੋਈ ਇੱਕ ਨਹੀਂ। ਸਾਨੂੰ ਕਿੱਥੇ ਉਲਝਾਇਆ ਜਾ ਰਿਹਾ, ਸਿਰਫ ਕੋਈ ਕਹਿੰਦਾ ਅਸੀਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦੇਣਾ, ਕੋਈ
ਪੰਜਾਬ ਦੇ ਪਾਣੀ ਨੂੰ ਸਿਉਣੇ ਦੀ ਕਹੀ ਬਣਾ ਕੇ ਉਹ ਟੱਕ ਲਾ ਦਿੰਦਾ ਹੈ ਵੀ ਇਹ ਬਾਹਰਲੇ ਸੂਬਿਆਂ 'ਚ ਚਲਿਆ ਜਾਊਗਾ। ਕੋਈ ਕੇਜਰੀਵਾਲ ਵਰਗੇ ਆਉਂਦੇ ਆ, ਇਹ ਕਹਿੰਦੇ ਜੇ ਸਾਡੀ ਪੰਜਾਬ ਦੇ ਵਿੱਚ ਸਰਕਾਰ ਬਣਦੀ ਹੈ ਤੇ ਦਿੱਲੀ ਵਾਲਿਆਂ ਵਾਸਤੇ ਅਸੀਂ ਪਾਣੀ ਆਮ ਕਰ ਦਿਆਂਗੇ। ਇਹ ਸਾਡੇ ਮਸਲੇ ਹੈਗੇ ਆਪੋ ਆਪਣੇ। ਦਿੱਲੀ ਵੀ ਸਾਡੇ ਭਰਾ ਰਹਿੰਦੇ ਆ, ਰਾਜਸਥਾਨ, ਹਰਿਆਣਾ, ਹਿਮਾਚਲ, ਜਿੱਥੇ ਵੀ ਆ ਸਾਡੇ ਭਾਈ ਰਹਿੰਦੇ ਆ। ਇਹ ਸਿਰਫ ਸਾਨੂੰ ਕਾਹਦੇ ਵਾਸਤੇ ਕਰਦੀ ਹੈ? ਇਹ ਵੋਟਾਂ ਲੈਣ ਵਾਸਤੇ, ਆਪਦੀਆਂ ਗੱਦੀਆਂ ਸਲਾਮਤ ਰੱਖਣ ਵਾਸਤੇ। ਇਹ ਮਸਲੇ ਵੈਸੇ ਤਾਂ ਸੀਗੇ ਬਹੁਤ ਛੋਟੇ, ਇਹਨਾਂ ਨੇ ਵੱਡੇ ਕਰਤੇ। ਕਿ ਸਾਨੂੰ ਸਾਡੀ ਪੰਥਕ ਸਰਕਾਰ ਬਣੀ, ਉਹਨੇ ਚੰਡੀਗੜ੍ਹ ਸਾਨੂੰ ਲੈ ਕੇ ਦੇਤਾ, ਪੰਜਾਬ ਦਾ ਪਾਣੀ ਸਾਡਾ ਰੋਕਤਾ ਕਿ ਉਹ ਨਹਿਰ ਦੀ ਜਗ੍ਹਾ ਦੇ ਪੈਸੇ ਦੇ ਕੇ ਲੈ ਕੇ ਸਾਰਾ ਕੁਝ ਪਾਣੀ ਦੇ ਪੈਸੇ ਵੱਟ ਕੇ ਨਹਿਰ ਕਢਾਤੀ। ਫਿਰ ਕਿ ਅਸੀਂ ਤੁਹਾਡੇ ਵਾਸਤੇ ਜੀ ਹਰ ਇੱਕ ਕੰਮ ਕਰਾਂਗੇ। ਸਭ ਤੋਂ ਪਹਿਲਾਂ ਸਾਡਾ ਮਸਲਾ ਇਹ ਹੈ ਵੀ ਸਾਡੇ ਨੌਜਵਾਨ ਪੀੜ੍ਹੀ ਦਾ ਖਿਆਲ ਰੱਖਿਆ ਜਾਵੇ, ਇਹਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ। ਇਹ ਸਾਡਾ ਆਪਦਾ ਵੀ ਫਰਜ਼ ਬਣਦਾ ਹੈ। ਸਰਕਾਰਾਂ ਸਾਨੂੰ ਨਸ਼ੇ ਵੰਡਣਗੀਆਂ, ਉਹ ਸਾਡੇ ਬੱਚਿਆਂ ਨੂੰ ਨਸ਼ਈ ਕਰਕੇ, ਸਾਡੇ ਜਿਹੜੇ ਵੱਡੀ ਉਮਰ ਦੇ ਵੀ ਹੈ ਉਹ ਵੀ ਇਸ ਗੱਲ 'ਤੇ ਸੋਝੀ ਰੱਖਣ ਵੀ ਅਸੀਂ ਇਹਨਾਂ ਤੋਂ ਇੱਕ ਨਵੇਂ ਪੈਸੇ ਦੀ ਚੀਜ਼ ਲੈ ਕੇ ਨਹੀਂ ਖਾਣੀ, ਮੁਫਤੀ 'ਚ ਅਸੀਂ ਕੁਛ ਨਹੀਂ ਲੈਣਾ। ਅਸੀਂ ਆਪਦੀ ਜ਼ਮੀਰ ਦੇ ਨਾਲ ਵੋਟ ਦੇਣੀ ਹੈ। ਇੱਕੋ ਇੱਕ ਸਾਡੇ ਕੋਲੇ ਪਾਵਰ ਹੈਗੀ ਜਿਹੜੀ ਵੋਟ ਦੀ ਹੈ। ਪਰ ਅਸੀਂ ਕੀ ਕਰਦੇ ਹਾਂ, ਜਦੋਂ ਟਾਈਮ ਆਉਂਦਾ ਅਸੀਂ ਇਹ ਵੀ ਸੋਚ ਲੈਂਦੇ ਹਾਂ ਵੀ ਇਹ ਤਾਂ ਜੀ ਮਗਰੋਂ ਆਇਆ, ਅਸੀਂ ਤਾਂ ਪਹਿਲਾਂ ਉਹਦੇ ਨਾਲ ਰਲ ਗਏ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਸਿਰਫ ਸਾਨੂੰ ਉਹਨਾਂ ਦੇ ਭੁਲੇਖੇ 'ਚੋਂ ਰਲ ਜਾਂਦੇ ਆ ਵੀ ਜਾਂ ਤਾਂ ਇਹ ਕੋਈ ਸਾਨੂੰ ਕੁਛ ਦੇ ਦੇਣਗੇ ਜਾਂ, ਪਰ ਨਹੀਂ, ਉਹ ਸਾਨੂੰ ਆਪਸ ਵਿੱਚ ਭਰਾਵਾਂ ਨੂੰ ਲੜਾ ਕੇ ਇਹ ਕੰਮ ਉਹਨਾਂ ਨੇ ਕਰਨਾ। ਧਾਰਮਿਕ ਮਸਲੇ 'ਤੇ ਅੱਜ ਦੇਖੋ ਕਿੰਨਾ ਜਦੋਜਹਿਦ ਹੋ ਰਹੀ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਕਿਹਨੇ ਕਰਵਾਤੀ, ਕਿਹਦੇ ਰਾਜ 'ਚ ਹੋਈ, ਕਿਹਨੇ ਇਹਦਾ ਨਿਆਂ ਨਹੀਂ ਦਿੱਤਾ, ਇਹ ਆਪਾਂ ਨੂੰ ਸਭ ਨੂੰ ਪਤਾ। ਇਹਦੇ 'ਚ ਜਿੰਨੀਆਂ ਸਰਕਾਰਾਂ ਉੱਤੇ ਸੈਂਟਰ ਤੋਂ ਲੈ ਕੇ ਥੱਲੇ ਤੱਕ ਆਈਆਂ, ਸਭ ਦਾ ਇਹਦੇ 'ਚ ਦੋਸ਼ ਹੈ। ਆਪਾਂ ਉੱਠ ਕੇ ਤੁਰ ਪੈਂਦੇ ਆ, ਚਲੋ ਠੀਕ ਆ, ਆਪਾਂ ਬੰਦੇ ਘੱਟ ਹੁੰਦੇ ਆ, ਪਰ ਮਹਾਰਾਜ ਕਹਿੰਦੇ ਵੀ ਜਿਹੜੇ ਸੱਚੇ ਹੁੰਦੇ ਨਾ ਉਹ ਥੋੜ੍ਹੇ ਹੁੰਦੇ ਆ। ਪਰ ਅਸੀਂ ਆਪਦੀ ਆਵਾਜ਼ ਨੂੰ, ਇਸ ਨੂੰ ਬੁਲੰਦ ਰੱਖੀਏ। ਕੋਈ ਗੱਲ ਨਹੀਂ, ਲੇਟ ਆਏ ਆ, ਲੇਟ ਆਉਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਤਾਂ ਸਾਡੇ ਮਨ ਬਦਲਣੇ ਚਾਹੀਦੇ ਆ। ਰਹੀ ਗੱਲ ਵੀ ਅੱਜ ਦੇ ਤੌਰ 'ਤੇ ਜੇ ਅਸੀਂ ਸਹੁੰ ਦੀ ਗੱਲ ਕਰਦੇ ਹਾਂ ਜੀ, ਉਹਨੇ ਗੁਟਕਾ ਸਾਹਿਬ, ਬਹੁਤੇ ਬੰਦੇ ਤਾਂ ਅਕਾਲੀ ਦਲ ਦੇ ਹੀ ਆ, ਅਕਾਲੀ ਦਲ ਨਹੀਂ ਮੈਂ ਕਹਿੰਦਾ, ਬਾਦਲ ਦਲ ਦੇ ਆ। ਉਹ ਕਹਿੰਦੇ ਆ ਜੀ ਉਹਨੇ ਜੀ ਗੁਟਕਾ ਸਾਹਿਬ ਚੱਕਣ ਵਾਲਾ ਕੀ ਮਸਲਾ ਹੁੰਦਾ? ਚੱਕਦੇ ਅਸੀਂ ਕਿਹੜੀ ਚੀਜ਼ ਨੂੰ ਹੈ? ਜਿਹੜੀ ਚੀਜ਼ ਕਦੋਂ ਚੱਕੀ ਜਾਵੇ ਉਸ ਨੂੰ ਚੱਕਦੇ ਹਾਂ ਅਸੀਂ, ਠੀਕ ਹੈ ਨਾ। ਇਹ ਤਾਂ ਸਾਡਾ ਗੁਰੂ ਗ੍ਰੰਥ ਸਾਹਿਬ, ਗੁਰੂ ਦੀ ਬਾਣੀ ਹੈ, ਇਹ ਤਾਂ ਅਸੀਂ ਸਤਿਕਾਰ ਦੇਣਾ ਇਹਨੂੰ। ਅਸੀਂ ਐਂ ਕਹਿ ਸਕਦੇ ਹਾਂ ਵੀ ਹੱਥ 'ਚ ਗੁਟਕਾ ਲੈ ਕੇ ਇਹ ਚੱਕ ਕੇ, ਜਿੰਨੇ ਇਹਨਾਂ ਦੇ ਵੱਡੇ ਵੱਡੇ ਵਕੀਲ ਵੀ ਆ ਉਹ ਵੀ ਇਹੀ ਬੋਲਦੇ ਆ। ਪਰ ਕਾਰਨ ਇਹ ਆ ਵੀ ਸਾਨੂੰ ਸੋਝੀ ਨਹੀਂ ਆਈ, ਪਰ ਆਉਣੀ ਚਾਹੀਦੀ ਹੈ। ਸਾਡੀ ਤਾਂ ਇਹੋ ਹੀ ਬੇਨਤੀ ਹੈ ਵੀ ਅਸੀਂ ਇਸ ਮੰਗ ਨੂੰ ਲੈ ਕੇ ਚੱਲੇ ਹਾਂ। ਇੱਕ ਤਾਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਾ ਨਿਗੋਂ ਬਾਜੇ, ਦੂਜੇ ਨੰਬਰ 'ਤੇ ਇਹਨਾਂ ਨੂੰ ਕੰਮ ਮਿਲੇ। ਅੱਛਾ, ਗੁਰੂ ਗ੍ਰੰਥ ਸਾਹਿਬ ਇਕੱਲੇ ਦੀ ਨਹੀਂ ਅਸੀਂ ਗੱਲ ਕਰਦੇ, ਅਸੀਂ ਸਾਰੇ ਧਾਰਮਿਕ ਗ੍ਰੰਥ ਕਿਸੇ ਦਾ ਵੀ ਹੈ, ਮੁਸਲਮਾਨ ਦਾ, ਹਿੰਦੂਆਂ ਦਾ, ਈਸਾਈਆਂ ਦਾ, ਸਿੱਖਾਂ ਦਾ, ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਇਹਨਾਂ ਨੂੰ ਵੀ ਸਤਿਕਾਰ ਕਰਨਾ ਚਾਹੀਦਾ ਹੈ। ਪਰ ਇਹ ਨਹੀਂ, ਜਦੋਂ ਇਹਨਾਂ ਦੇ ਪਾਵਰ ਹੱਥ 'ਚ ਆ ਜਾਂਦੀ ਹੈ, ਇਹਨਾਂ ਕੋਲੇ ਬੰਦੇ ਹੁੰਦੇ ਆ, ਪੈਸਾ ਧੇਲਾ ਦੇ ਕੇ ਉਹਨਾਂ ਤੋਂ ਇਹੋ ਜਿਹੇ ਕੰਮ ਇਹ ਕਰਾਉਂਦੇ ਆ। ਕਰਾਉਂਦੇ ਕਦੋਂ ਆ? ਵੋਟਾਂ ਦੇ ਨੇੜੇ ਆ ਕੇ। ਹੁਣ ਅੱਜ ਹੀ ਮੈਂ ਦੇਖ ਰਿਹਾ ਸੀ, WhatsApp 'ਤੇ ਆਇਆ ਪਿਆ ਸੀ, ਉਹ ਕਹਿੰਦੇ ਵੀ ਬਾਦਲ ਸਾਹਿਬ ਹੁਣ ਬਹੁਤ ਕੁਛ ਕਹਿ ਰਹੇ ਆ
ਤੇ ਇਹ 2-4 ਦਿਨ ਪਹਿਲਾਂ ਪਿਛਾਕ ਕਿਉਂ ਦਿੱਤੀ ਗਈ ਸੌਦੇ ਵਾਲੇ ਨੂੰ? ਕਿਉਂ ਦਿੱਤੀ ਗਈ ਉਹ? ਅਸੀਂ ਕਹਿੰਦੇ ਵੀ ਨਿੰਦਾ ਨਹੀਂ ਕਰਨੀ ਚਾਹੀਦੀ, ਪਰ ਜਿਹੜੀ ਸੱਚ ਦੀ ਗੱਲ ਹੈ, ਜਦੋਂ ਸਾਰੀ ਦੁਨੀਆ ਲਿਖੀ ਜਾਂਦੀ ਹੈ ਫਿਰ ਉਹ ਬੀਬੀ ਨੇ ਵੀ ਸ਼ਰੇਆਮ ਕਹਿਤਾ, ਫਿਰ ਉਹ ਆਪਣੇ ਪੁਲਿਸ ਦਾ ਅਫਸਰ ਸੀ, ਉਹਨੇ ਵੀ ਇਹ ਗੱਲ ਕਹੀ ਵੀ ਮੇਰੇ ਸਾਹਮਣੇ ਇਹ ਗੱਲ ਹੋਈ ਹੈ। ਉਸ ਗੱਲ ਨੂੰ ਅਸੀਂ ਅਣਗੌਲਿਆ ਕਰ ਲਿਆ ਤੇ ਉਹਨਾਂ ਮਗਰ ਵਗਾਂ ਦੇ ਵਗ ਤੁਰ ਪੈਂਦੇ ਆ, ਤੇ ਜਿਹੜੇ ਹੈਗੇ ਥੋੜੇ ਉਹਨਾਂ ਨੂੰ ਲੋਕੀ ਕਹਿ ਦਿੰਦੇ ਆ ਇਹਨਾਂ ਕੋਲ ਹੈ ਕੀ। ਪਰ ਨਹੀਂ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਤੇ ਸਾਡਾ ਨਿਸ਼ਚਾ ਹੈਗਾ ਨਾ, ਅਸੀਂ ਇੱਕ ਹੀ ਬਹੁਤ ਹੈ। ਪਹਿਲਾਂ ਤਾਂ ਅਸੀਂ ਇੱਕ ਪਿਤਾ ਇੱਕ ਸਿਆਮ ਬਾਰਕ ਹੈ, ਠੀਕ ਹੈ ਨਾ। ਦੂਜੇ ਨੰਬਰ ਤੇ ਸਾਡਾ ਲੀਡਰ ਹੈ, ਕੋਈ ਵੀ ਹੈ, ਉਹ ਬਾਅਦ ਦੇ ਵਿੱਚ। ਜੇ ਉਹ ਸੱਚਾ ਸੁੱਚਾ ਹੈ ਤਾਂ ਉਹਨੂੰ ਤੁਸੀਂ ਵੋਟ ਪਾਉਣੀ ਹੈ, ਉਹਨੂੰ ਆਪਦਾ ਲੀਡਰ ਮੰਨਣਾ ਹੈ। ਐਵੇਂ ਝੂਠਿਆਂ ਦੇ ਜਿਹੜੇ ਸ਼ਰੇਆਮ ਅਸੀਂ ਦੇਖ ਲਏ ਵੀ ਸਾਨੂੰ ਹਰ ਇੱਕ ਪਿੰਡ 'ਚ ਇਹਨਾਂ ਨੇ ਗੋਲੀ ਚਲਵਾਈ ਹੈ, ਚਾਹੇ ਕਾਂਗਰਸ ਹੈ ਚਾਹੇ ਬਾਦਲ ਦਲ ਹੈ, ਇਹ ਕੀ ਕਰਦੇ ਆ? ਗੋਲੀ ਚਲਾ ਦਿੰਦੇ ਆ, ਉਹਨਾਂ ਤੇ ਪਰਚੇ ਹੋ ਜਾਂਦੇ ਆ। ਅਸੀਂ ਕੋਈ 4 ਦਿਨ ਜੇਲ੍ਹ ਚਲਾ ਆਉਂਦਾ, ਕਿਸੇ ਨੂੰ 57 ਕਰਕੇ ਉਹਨਾਂ ਦੀਆਂ ਜ਼ਮਾਨਤਾਂ ਹੋ ਜਾਂਦੀਆਂ, ਤੁਰੇ ਫਿਰਦੇ ਆ ਧੱਕੇ ਖਾਂਦੇ ਹੈ। ਇਹ ਫਿਰ ਆਪਦੀਆਂ ਕੁਰਸੀਆਂ ਤੇ ਬੈਠ ਕੇ ਤੇ ਇਹ ਤੁਰੇ ਫਿਰਦੇ ਆ। ਸਾਡੀ ਤਾਂ ਇਹੋ ਹੀ ਇੱਕ ਬੇਨਤੀ ਹੈ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਸੋਚ ਹੈ ਉਹ ਬਹੁਤ ਉੱਚੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, 1000 ਕਿੱਲੇ ਦਾ ਮਾਲਕ ਸਰਦਾਰ ਸਿਮਰਜੀਤ ਸਿੰਘ ਮਾਨ ਸੀਗਾ ਜਿਸ ਟਾਈਮ ਤੇ ਇਹ DIG ਦੀ ਪੋਸਟ ਤੋਂ ਇਹਨੇ ਅਸਤੀਫਾ ਦਿੱਤਾ ਹੈ। ਇਹਨੇ ਕੀ ਲੈਣਾ ਸੀ? ਅੱਜ 180 ਕੇ 82 ਕਿੱਲੇ ਇਹਦੇ ਕੋਲ ਜਾਇਦਾਦ ਰਹਿ ਗਈ, ਬਾਕੀ ਦੀ ਇਹਨੇ ਸਾਡੀ ਕੌਮ ਵਾਸਤੇ ਸਭ ਕਰਤੀ। ਲੋਕੀ ਕਹਿੰਦੇ ਜੀ ਇਹਨਾਂ ਨੂੰ ਪੈਸਾ ਬੜਾ ਆਉਂਦਾ ਬਾਹਰੋਂ। ਜੇ ਬਾਹਰੋਂ ਪੈਸਾ ਆਉਂਦਾ ਫਿਰ ਅਸੀਂ ਕਿਉਂ ਨਾ ਅਸੀਂ ਪੋਸਟਰ ਛਪਾ ਦਿੰਦੇ, ਬਹੁਤ ਵੱਡੇ ਵੱਡੇ ਛਪਾ ਸਕਦੇ ਸੀ। ਸਾਡਾ ਦੇਖੋ ਕਿੰਨਾ ਬੱਚਾ ਬਾਹਰ ਜਾ ਰਿਹਾ ਹੈ, 40-40 50-50 ਲੱਖ ਰੁਪਇਆ ਲਾ ਕੇ, ਉੱਥੇ ਉਹ ਪੱਕਾ ਨਹੀਂ ਹੁੰਦਾ। ਪਰ ਸਰਦਾਰ ਸਿਮਰਜੀਤ ਸਿੰਘ ਮਾਨ ਜਦੋਂ ਚਿੱਠੀ ਦਿੰਦੇ ਆ, ਨਾਲ ਦੀ ਨਾਲ ਉਹਦੇ ਕਾਗਜ਼ ਤਿਆਰ ਹੋ ਜਾਂਦੇ ਆ ਤੇ ਉਹ ਪੱਕਾ ਹੋ ਜਾਂਦਾ। ਪਰ ਉਹ ਵੀ ਪਤਾ ਨਹੀਂ ਕਾਰਨ ਕੀ ਹੈ। ਉਹਨਾਂ ਦੇ ਵੀ ਘਰ ਦੇ ਉੱਥੇ ਗੁਰੂ ਘਰ ਦੇ ਵਿੱਚ ਜਾ ਕੇ ਉੱਥੇ ਕਹਿ ਕੇ ਆਉਂਦੇ ਆ ਵੀ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਹੀ ਜੋ ਕੁਛ ਹੈ ਦੇਵਾਂਗੇ। ਤੇ ਫੰਡ ਤਾਂ ਦੇਣਾ ਕੀ ਹੈ? ਚੋਰਾਂ ਨੂੰ ਫੰਡ ਦੇਈ ਜਾਂਦੇ ਆ ਤੇ ਇਹਨਾਂ ਵਾਸਤੇ ਕਹਿ ਦਿੰਦੇ ਆ ਜੀ ਇਹ ਤਾਂ ਜੀ ਅਸੀਂ 50 ਲੱਖ ਲਾਇਆ ਸੀ ਤਾਂ ਪੱਕੇ ਹੋ ਗਏ। ਸੋ ਗੱਲ ਇਹ ਹੈ ਜੀ, ਇਹੀ ਸਾਡੀਆਂ ਬੇਨਤੀਆਂ। ਤੁਸੀਂ ਕੋਸ਼ਿਸ਼ ਕਰੋ ਪਿੰਡ ਦੇ ਵਿੱਚ ਜਿਹੜੇ ਵੀ ਤੁਹਾਡੇ ਨਾਲ ਜਿਨ੍ਹਾਂ ਦਾ ਪਿਆਰ ਹੈ, ਮੁਹੱਬਤ ਹੈ, ਅਗਲੇ ਨੂੰ ਸਮਝਾ ਕੇ ਚੰਗੀ ਤਰ੍ਹਾਂ ਵੀ ਭਾਈ ਤੁਸੀਂ ਹਜੇ ਵੀ ਠੀਕ ਹੈ। ਇੱਕ ਗੱਲ ਨੂੰ ਲੈ ਲੈਂਦੇ ਆ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸ੍ਰੀ ਸਾਹਿਬ ਲੈ ਕੇ ਖੜ ਗਏ। ਕੀ ਸ੍ਰੀ ਸਾਹਿਬ ਕਿਸੇ ਨੇ ਹੋਰ ਦਿੱਤੀ ਸੀ? ਸਾਡੇ 6ਵੇਂ ਪਾਤਸ਼ਾਹ ਨੇ ਸ੍ਰੀ ਸਾਹਿਬ ਦਿੱਤੀ ਆ ਸਾਨੂੰ। ਇਹ ਅਸੀਂ ਜਿੱਥੇ ਮਰਜ਼ੀ ਲਿਜਾ ਸਕਦੇ ਹਾਂ। ਸ੍ਰੀ ਸਾਹਿਬ ਨਾਲ ਕਿੰਨੇ ਕਤਲ ਹੋਏ ਆ, ਫਿਰ ਸ੍ਰੀ ਸਾਹਿਬ ਉੱਥੇ ਕਿਉਂ ਨਹੀਂ ਲਿਜਾ ਸਕਦੇ? ਬਾਹਰਲੇ ਮੁਲਕਾਂ ਦੇ ਵਿੱਚ ਹਥਿਆਰ ਵੀ ਜਾਂਦੇ ਆ। ਮਾਨ ਸਾਹਿਬ ਨਾਲ ਕਿਸੇ ਬਾਹਰਲੇ ਮੁਲਕ ਦੇ ਲੀਡਰ ਨਾਲ ਗੱਲ ਵੀ ਹੋਈ ਸੀ। ਉਹ ਕਹਿੰਦੇ ਮਾਨ ਸਾਹਿਬ ਤੁਹਾਡੀ ਇਹ ਕੀ ਅੜੀ ਸੀ ਵੀ ਤੁਸੀਂ ਸ੍ਰੀ ਸਾਹਿਬ ਲੈ ਕੇ ਗਏ? ਉਹ ਕਹਿੰਦੇ ਕੀ ਤੁਹਾਡੇ ਕਤਲ ਨਹੀਂ ਹੋਏ ਪਿਸਤੌਲ ਨਾਲ? ਤੁਹਾਡੇ ਹਰ ਇੱਕ ਕੋਲੇ ਪਿਸਤੌਲ ਹੁੰਦਾ ਜਦੋਂ ਤੁਸੀਂ ਉੱਥੇ ਜਾਂਦੇ ਆ। ਇਹ ਜਿਹੜਾ ਹਥਿਆਰ ਰੱਖਣਾ ਇਹ ਸਾਡੀ ਆਪਦੇ ਅੰਦਰਲੇ ਤੇ ਹੈ ਵੀ ਅਸੀਂ ਕਿਹੋ ਜਿਹੇ ਬੰਦੇ ਆ। ਅੱਜ ਸਰਕਾਰਾਂ ਨੇ ਚਲਾ ਵੀ ਦਿੱਤਾ ਨਾ, ਉਹ ਪਹਿਲਾਂ ਕਰਦੇ ਹੈਗੇ ਵੀ ਇਹ ਬੰਦਾ ਰੱਖ ਸਕਦਾ ਹਥਿਆਰ ਕਿ ਨਹੀਂ ਰੱਖ ਸਕਦਾ, ਕਿਉਂਕਿ ਉਹਨਾਂ ਦੀ ਅੰਦਰਲੀ ਦਸ਼ਾ ਉਹ ਦੇਖਦੇ ਆ ਨਾ। ਤੇ ਸੋ ਗੱਲ ਇਹ ਹੈ ਜੀ ਵੀ ਇਹ ਮਸਲੇ ਆ ਜਿਹੜੇ ਇਹ ਲੋਕ ਚੱਕਦੇ ਆ ਵੀ ਮਾਨ ਸਾਹਿਬ ਉੱਥੇ ਜੀ ਸ੍ਰੀ ਸਾਹਿਬ ਲੈ ਕੇ ਉੱਠ ਗਏ, ਨਹੀਂ ਤਾਂ ਇਹਨਾਂ ਨੂੰ ਤਾਂ ਜੀ ਅਸੀਂ ਵੋਟ ਪਾਤੀ ਸੀ। ਉਹ ਤਾਂ ਫੇਰ ਵੀ ਸਾਡੇ 'ਚ ਹੀ ਤੁਰੇ ਫਿਰਦੇ ਆ। ਉਹ ਤਾਂ ਕਹਿੰਦੇ ਵੀ ਅਸੀਂ ਤਾਂ ਸਿੱਖਾਂ ਦੀ ਜਿਹੜੀ ਹੈਗੀ ਇਸੇ ਨੂੰ ਬਚਾਉਣਾ, ਜਿਹੜਾ ਸਾਨੂੰ ਗੁਰੂ ਸਾਹਿਬ ਕਹਿ ਕੇ ਗਏ ਆ, ਠੀਕ ਹੈ। ਉਹ ਨਾ ਉਹ ਹੁਣ ਵੀ ਅੱਜ ਵੀ ਦੱਸਿਆ ਸੀ ਕੋਨੀ ਕਿ ਮਾਨ ਸਾਹਿਬ ਕਹਿੰਦੇ ਵੀ ਸਾਨੂੰ ਭਾਵੇਂ ਨਾ ਵੋਟ ਪਾਓ ਕੋਈ ਗੱਲ ਨਹੀਂ। ਕਿਉਂ ਕਹਿੰਦੇ ਆ? ਉਹ ਕਾਰਨ ਇਹੋ ਹੀ ਹੈ ਵੀ ਲੋਕਾਂ ਨੇ ਜਾਣਾ ਹੀ ਉੱਧਰ ਖੂਹ 'ਚ ਹੈ। ਸਾਡੇ ਬੱਚਿਆਂ ਨੂੰ ਲੜਾਉਣਾ ਜਿਨ੍ਹਾਂ ਨੇ ਜਾਂ ਹੋਰ ਹੈ। ਸੋ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਕਿਸਾਨ ਨੂੰ ਬਚਾਉਣ ਵਾਸਤੇ,
ਸਾਡੇ ਪਾਣੀਆਂ ਨੂੰ ਬਚਾਉਣ ਵਾਸਤੇ ਹੈ। ਚੰਡੀਗੜ੍ਹ ਦਾ ਮਸਲਾ ਤਾਂ ਦੇਖੋ ਜੀ, ਹੁਣ ਪਤਾ ਨਹੀਂਗਾ ਵੀ ਕੀ ਹੋਊਗਾ ਕੀ ਨਹੀਂ ਉਹਦਾ। ਫਿਰ ਸਾਡੀ ਸਿੱਖੀ ਨੂੰ ਬਚਾਉਣ ਵਾਸਤੇ, ਸਾਡੇ ਗ੍ਰੰਥ ਨੂੰ ਬਚਾਉਣ ਵਾਸਤੇ ਉਹਨਾਂ ਦੀ ਤਾਂ ਇਹ ਸਭ ਨੂੰ ਬੇਨਤੀ ਹੈ, ਜੇ ਤਾਂ ਆਪਾਂ ਬਚਾ ਲਾਂਗੇ। ਤੇ ਉਹ ਸ਼ਬਦ ਹੈਗਾ ਇੱਕ, ਸਿੰਘਾਂ ਨੂੰ ਉਹਦਾ ਪਤਾ ਹੋਊ, ਮੈਂ ਤਾਂ ਭੁੱਲ ਵੀ ਜਾਂਦਾ, ਵੀ ਜੇ ਗੁਰੂ ਸਾਹਿਬ ਨੂੰ ਕਿਹਾ ਸੀਗਾ ਜੀ, ਜੇ ਮਹਾਰਾਜ ਜੀ ਪੰਥ ਨਾ ਰਿਹਾ ਤਾਂ ਫਿਰ ਗ੍ਰੰਥ ਦੀ ਕੌਣ, ਗ੍ਰੰਥ ਨੂੰ ਰੱਖੂ ਕੌਣ ਹੈ। ਇਹ ਤਾਂ ਆਪਾਂ ਨੂੰ ਵੀ ਪਤਾ ਵੀ ਆਪਣਾ ਖਜ਼ਾਨਾ ਹੈਗਾ ਤਾਂ ਬੰਦਾ ਕੋਈ ਉੱਥੇ ਘੈਂਟ ਹੋਊਗਾ ਤਾਂ ਫੇਰ ਹੀ ਖਜ਼ਾਨਾ ਪਾ ਸਕਦਾ, ਨਹੀਂ ਚੋਰ ਲੈ ਜਾਣਗੇ। ਸੋ ਗੱਲ ਇਹ ਆ, ਸਾਡੀਆਂ ਤਾਂ ਇੰਨੀਆਂ ਕੀ ਬੇਨਤੀਆਂ ਹੈ ਜੀ। ਰਾਜ ਬਿਨਾ ਨਾ ਧਰਮ ਚੜ੍ਹੇ, ਹਾਂ। ਧਰਮ ਬਿਨਾ ਸਭ ਤਲੇ। ਹਾਂ, ਧਰਮ ਬਿਨਾਂ ਸਭ ਦਲੇ ਮਲੇ ਹੈ। ਠੀਕ ਆ, ਉਹ ਤਾਂ ਹੈਗਾ। ਤੇ ਇੰਨੀਆਂ ਹੀ ਬੇਨਤੀਆਂ ਸਾਡੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤਕੜੇ ਹੋ ਕੇ ਇਹ ਯੁੱਧ ਲੜਨਾ ਪੈਣਾ, ਕਿਉਂ ਇੱਕ ਪਾਸੇ ਡਾਕੂ ਹੈ ਤੇ ਆਪਣੀ ਇੱਕ ਪਾਸੇ ਸ਼ਰੀਫ ਤੇ ਧਾਰਮਿਕ ਪਾਰਟੀ ਹੈ। ਜੇ ਆਪਾਂ ਕਹੀਏ ਵੀ ਇਕੱਲਾ ਆਪਾਂ ਚੋਣਾਂ ਦਾ ਹੀ ਆ, ਉਹ ਨਹੀਂ ਗੱਲ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅੱਜ ਜਿਹੜੀ ਸਾਡੀ ਲੜਾਈ ਆ, ਇਹ ਆਰਐਸਐਸ ਬਨਾਮ ਕੌਮੀ ਘੱਟ ਗਿਣਤੀਆਂ। ਦੂਜੇ ਪਾਸੇ ਇੱਕ ਪਾਸੇ ਆਰਐਸਐਸ ਹੈ, ਜਿਹੜੇ ਦੇ ਬੰਦੇ ਸਾਰੇ ਖੜੇ ਕਰੇ ਹੋਏ ਆ। ਜੇ ਆਪਾਂ ਆਖ ਦਈਏ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਹੈ, ਇਹ ਆਰਐਸਐਸ ਤੋਂ ਬਾਹਰ ਆ, ਕਦੇ ਬਾਹਰ ਨਹੀਂ ਗਈ ਆਰਐਸਐਸ ਤੋਂ। ਕਿਉਂਕਿ ਵੇਖੋ ਅੰਨੇ ਹਜ਼ਾਰੇ ਨੇ ਉੱਥੇ ਧਰਨਾ ਦਿੱਤਾ ਤੇ ਉੱਥੋਂ ਸੈਂਟਰ ਤੋਂ ਜਿਹੜੀ ਸਰਕਾਰ ਸੀ ਸੀਲਾ ਦਸਤੇ ਤੋੜ ਕੇ ਉੱਥੇ ਜਿਹੜੀ ਸੀ ਉਹਨਾਂ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿੱਤੀ। ਉਹ ਜਦੋਂ ਕਿਸਾਨਾਂ ਦਾ ਮੋਰਚਾ ਲੱਗਿਆ ਉਦੋਂ ਅੰਨਾ ਹਜ਼ਾਰੇ ਕਿੱਧਰ ਗਿਆ। ਇਹ ਵਹਿੰਦੇ ਜਿਹੜਾ ਇਹਨਾਂ ਨੂੰ ਆਰਐਸਐਸ ਨੂੰ ਆਨੇ ਕੱਢਦਾ, ਮਾੜੇ ਜੀ ਬਾਹਰ ਨਿਕਲਦਾ ਦਿਖਦਾ, ਉਹਦੀ ਸਰਕਾਰ ਤੋੜ ਦਿੰਦੇ, ਦੂਜੇ ਦੇ ਬਣਾ ਦਿੰਦੇ ਆ। ਇਹ ਗੇਮ ਇਹਨਾਂ ਦੀ ਚੱਲਦੀ ਆ। ਹੁਣ ਜੇ ਆਪਾਂ ਆਮ ਆਦਮੀ ਪਾਰਟੀ ਦਾ ਲਾਈਏ, ਉਹ ਹੋਰ ਸਟੇਟਾਂ 'ਚ ਇਲੈਕਸ਼ਨ ਆ, ਉੱਥੇ ਕਿਉਂ ਨਹੀਂ ਜਾ ਕੇ ਲੜ ਰਹੇ? ਉੱਥੇ ਵੀ ਉਹਨਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ। ਤੇ ਫਿਰ ਉਸ ਤੋਂ ਅੱਗੇ ਵੇਖੋ, ਦਿੱਲੀ ਦੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਹੋਇਆ, ਉਹਦੇ ਕੇਸ ਕਤਲ ਕਰ ਦਿੱਤੇ ਗਏ। ਉੱਥੇ ਤਾਂ ਇਹ ਬਚਾ ਨਹੀਂ ਸਕੇ। ਆਪਣੇ ਆ ਕੇ ਕੀ ਬਚਾ ਦੂਗਾ ਇਹ? ਆਪਣੇ ਲੋਕਾਂ ਦੀ ਕੀ ਬਚਤ ਕਰ ਦੂਗਾ ਇਹ? ਸਾਨੂੰ ਤਾਂ ਮਹਾਰਾਜ ਨੇ ਜਿਹੜੇ ਸ਼ਾਸਤਰ ਫੜਾਏ ਸੀ, ਸ਼ਾਸਤਰ ਪਹਿਨਾਏ ਸੀ, ਮਹਾਰਾਜ ਨੇ ਕਿਹਾ ਸੀ ਵੀ ਜਿਹੜੇ ਸ਼ਾਸਤਰ ਹੈ ਇਹਨਾਂ ਦਾ ਅਭਿਆਸ ਨਾ ਛੱਡਿਓ, ਇਹਨਾਂ ਦੀ ਪੂਜਾ ਨਾ ਛੱਡਿਓ, ਤੇ ਤੁਹਾਨੂੰ ਦੁਨੀਆ ਦੀ ਕੋਈ ਵੀ ਕੌਮ ਜਿਹੜੀ ਗੁਲਾਮ ਨਹੀਂ ਬਣਾ ਸਕੂਗੀ। ਅਸੀਂ ਇਹ ਹੋਇਆ, ਅਸੀਂ ਸ਼ਾਸਤਰ ਵਿਸਾਰ ਤੇ ਅਸੀਂ ਇਹਨਾਂ ਦਾ ਅਭਿਆਸ ਤੇ ਜਿਹੜਾ ਇਹਨਾਂ ਦੀ ਪੂਜਾ ਛੱਡਤੀ। ਜੇ ਇਹਨਾਂ ਨੂੰ ਅਸੀਂ ਪੂਜਾ ਕਰਦੇ, ਧਾਰਨ ਕਰਕੇ ਰੱਖਦੇ, ਤੇ ਇਹਨਾਂ ਦੀ ਪੂਜਾ ਕਰਦੇ, ਇਹਨਾਂ ਧਾਰਨ ਕਰਕੇ ਰੱਖਦੇ, ਤਾਂ ਸ਼ਾਸਤਰਾਂ ਦਾ ਅਭਿਆਸ ਕਰਦੇ, ਗੱਤਕਾ ਖੇਡਦੇ, ਤਾਂ ਸਾਨੂੰ ਕੋਈ ਵੀ ਕੌਮ ਜਿਹੜੀ ਆ ਦੁਨੀਆ ਦੀ ਕੌਮ ਹੈ ਉਹ ਗੁਲਾਮ ਨਹੀਂ ਬਣਾ ਸਕਦੀ। ਪਰ ਅਸੀਂ ਗੁਰੂ ਦੇ ਬਚਨਾਂ ਤੋਂ ਵਿਸਰ ਗਏ। ਉਸ ਤੋਂ ਅੱਗੇ ਵੇਖੋ, ਜਿਹੜੀ ਇਹ ਆਰਐਸਐਸ ਦੀਆਂ ਨੀਤੀਆਂ ਜਿਹੜੀਆਂ ਸਾਨੂੰ ਦਬਾਉਣ ਦੀਆਂ ਸਾਰੀਆਂ, ਤੇ ਜਿਹੜੀ ਅੱਜ ਵੀ ਜਿਹੜੀ ਸਾਡੇ ਸਿੱਖਾਂ ਨੂੰ ਉਹ ਅੰਦਰ ਰੱਖ ਰਹੇ ਆ। ਹੋਰ ਵੇਖੋ, ਉਹ ਇੱਕ ਬਲਾਤਕਾਰੀ ਆ, ਕਾਤਲ, ਜਿਹੜੇ ਨੇ ਮੌੜ ਬੰਬ ਕਾਂਡ ਵੀ ਕਰਾਇਆ, ਉਹਦੇ ਵਿੱਚ ਉਹਦਾ ਹੱਥ ਆਇਆ। ਤੁਹਾਨੂੰ ਆਪ ਨੂੰ ਸਾਰਿਆਂ ਨੂੰ ਪਤਾ, ਮੌੜ ਬੰਬ ਕਾਂਡ ਦੇ ਵਿੱਚ ਉਹਦੇ ਜੱਸੀ ਜਿਹੜਾ ਉਹਦਾ ਕੁੜਮ ਸੀ, ਉਹ ਇਲੈਕਸ਼ਨ ਲੜ ਰਿਹਾ ਸੀ ਤੇ ਮੌੜ ਤੋਂ ਉਹਨੇ ਬੰਬ ਧਮਾਕਾ ਕਰਾਤਾ। ਜਿਹੜੀ ਉਹ ਗੱਡੀ ਬਣ ਕੇ ਆਈ ਸੀ, ਉਹ ਸਾਰੀ ਉਹਦੇ ਡੇਰੇ ਦੇ ਵਿੱਚ ਪਲਾਂਟ ਕਰੀ ਗਈ ਸੀ। ਉਹ ਸਾਰਾ ਕੁਝ ਪਤਾ ਲੱਗ ਗਿਆ, ਜਾਂ ਸਿੰਘ ਨੇ ਸਾਰਾ ਕੁਝ ਕਲੀਅਰ ਕਰਤਾ। ਪਰ ਉਸ ਤੋਂ ਹੋਇਆ ਕਿ ਉਹ ਤਾਂ ਜਿਹੜਾ ਵੇਖੋ ਬੰਬ ਧਮਾਕਿਆਂ ਦਾ ਜਿਹੜਾ ਦੋਸ਼ੀ ਆ, ਉਹਨੂੰ ਤਾਂ ਅੱਜ ਇਹ ਪੈਰੋਲ ਦੇ ਰਹੇ ਆ, ਰਾਮ ਰਹੀਮ ਸਿੰਘ। ਤੇ ਵੇਖੋ ਜਿਹੜੇ ਸਾਡੇ ਯੋਧੇ ਸਿੰਘ ਆ, ਜਿਹੜੇ ਵਿਚਾਰੇ ਇੰਨੇ ਚਿਰ ਦੇ ਬੰਦੀ ਆ, ਇਨੋਸੈਂਟ ਆ, ਜਿਹੜੇ ਉਹਨਾਂ ਨੂੰ ਚੱਕ ਕੇ ਉਹੀ ਵਿੱਚ ਡਾਇਆ ਹੋਇਆ। ਕਈਆਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਵੀ ਨਹੀਂ, ਉਹ ਚੱਕ ਕੇ ਕੀ ਹੁੰਦਾ ਸੀ, ਕੇਸ ਦੇ ਵਿੱਚ ਡਾ ਦਿੱਤਾ ਜਾਂਦਾ ਸੀ। ਕਈ ਵਾਰੀ ਜਾ ਕੇ ਫਲਾਣੇ ਨੂੰ ਕੇਸ 'ਚ ਫਸਾ ਦਿਓ। ਅੱਜ ਵੀ ਕੀ ਕਰਦੇ ਆ ਉਹ ਸਿਆਸੀ ਪਾਰਟੀਆਂ ਜਿਹੜੀਆਂ, ਉਹ ਵੇਖਦੀਆਂ ਵੀ ਆਹ ਸਾਡੇ ਵਿਰੁੱਧ ਆ, ਇਹ ਉੱਠਦਾ, ਉਹਦੇ ਤੇ ਜਿਹੜਾ ਹੋਵੇ ਉਹ ਪਰਚੇ ਦਰਜ ਕਰਾ ਦਿੰਦੀਆਂ। ਇਹ ਆਪਣੇ ਚੱਲਦਾ ਆਇਆ ਇਤਿਹਾਸ। ਤੇ ਵੇਖੋ ਉਹਨਾਂ ਨੂੰ ਕੋਈ ਛੱਡ ਨਹੀਂ ਰਿਹਾ। ਆਪਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਬੇਅਦਬੀ ਹੋਈ, ਉਹ ਆਪਾਂ ਨੂੰ ਸਾਰਿਆਂ ਪਤਾ ਵੀ ਅਕਾਲੀ ਦਲ ਨੇ ਕਰਾਈ। ਸਾਰਿਆਂ ਨੂੰ ਪਤਾ ਵੀ ਗੋਲੀਆਂ ਅਕਾਲੀ ਦਲ ਦੀ ਸਰਕਾਰ 'ਚ ਚੱਲੀਆਂ, 2 ਸਿੰਘ ਸਾਡੇ ਸ਼ਹੀਦ ਹੋ ਗਏ। ਉਹਨਾਂ ਦਾ ਇਨਸਾਫ ਲੈਣ ਲਈ ਮੁੜ ਕੇ ਕਾਂਗਰਸ ਆ ਗਈ ਅੱਗੇ। ਕਾਂਗਰਸ ਨੇ ਕੀ ਕਰਿਆ, ਉਹਨਾਂ ਨੇ ਸਾਨੂੰ ਲਾਰਾ ਲਾਤਾ। ਅਸੀਂ ਸਮਝਦੇ ਰਹੇ ਵੀ ਇਹ ਕਾਂਗਰਸ ਸਾਨੂੰ ਇਨਸਾਫ ਦੇ ਦੂਗੀ, ਚਲੋ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਦੇਊਗੀ ਇਹ। ਤੇ ਪਰ ਉਹਨਾਂ ਨੇ ਵੀ 5 ਸਾਲ ਉਹੀ ਨਿਗਾਹਤੇ ਉੱਥੇ, ਕਿਉਂਕਿ ਉਹ ਹੈ ਤਾਂ ਸਾਰਾ ਉਹਨਾਂ ਦੇ ਸੈਂਟਰ ਦੇ ਥੱਲੇ ਹੀ ਆ। ਜਿਹੜੀ ਸਰਕਾਰ ਆ ਉਹ ਸੈਂਟਰ ਦੇ ਥੱਲੇ ਹੀ ਆ। ਕਾਂਗਰਸ ਦੀ ਸਰਕਾਰ ਵੀ ਭਾਵੇਂ ਸਹੁੰ ਖਾਵੇ, ਉਹਨੇ ਬੜਕਦਾ ਮਾਰ ਬੈਠਾ। ਜੋ ਦਿੱਲੀ ਗਿਆ ਉਹਨਾਂ ਨੇ ਡਰਾ ਲਿਆ।
ਜਦੋਂ ਦਿੱਲੀ ਤੋਂ ਡਰ ਗਿਆ ਉਹਨੇ ਫੇਰ 5 ਸਾਲ ਆਪਦੇ ਐਂ ਹੀ ਕਰਕੇ ਨਿਗਾਹ ਦਿੱਤੇ। ਉਸ ਤੋਂ ਬਾਅਦ ਅੱਗੇ ਹੁਣ 5 ਸਾਲ ਆਪਾਂ ਫੇਰ ਵੇਖ ਰਹੇ ਹਾਂ ਵੀ ਪਤਾ ਨਹੀਂ ਕੇਜਰੀਵਾਲ ਸਾਨੂੰ ਇਨਸਾਫ ਦੇ ਦੂਗਾ। ਇਨਸਾਫ ਨੂੰ ਤੂੰ ਭਰਾਵੋ ਭੁੱਲ ਜਾਓ, ਜੇ ਆਪਾਂ ਇਹ ਕੇਜਰੀਵਾਲ ਤੋਂ ਇਨਸਾਫ ਨਹੀਂ ਮਿਲਣਾ, ਨਾ ਹੀ ਇਹ ਕਰ ਸਕਦੇ ਆ। ਉਹਦਾ ਵਿਚਾਰਾ ਉਹਨੂੰ ਕਿਹਾ ਦੂਜੇ ਨੂੰ ਮਜੀਠੀਏ ਨੂੰ ਵੀ ਮੈਂ ਤੂੰ ਜੀ ਚਿੱਟਾ ਵੇਚਦਾ ਕਹਿ ਬੈਠਾ, ਮੁੜ ਕੇ ਵਿਚਾਰਾ ਬਾਣੀਆਂ ਬੰਦਾ ਸੀ, ਫੇਰ ਡਰ ਕੇ ਮੁੱਕਰ ਗਿਆ, ਉਤੋਂ ਮਾਫੀ ਮੰਗ ਗਿਆ। ਉਹਦਾ ਫੇਰ ਮਾਫੀ ਮੰਗ ਜਾਣਗੇ ਤੇ ਪਤਾ ਨਹੀਂ ਕੀ ਕਰਨਗੇ। ਆਪਾਂ ਤਾਂ ਇੱਕੋ ਹੀ ਇੱਕ ਆ ਜਿਹੜਾ ਜੋਧਾ ਆਪਣਾ ਬੱਬਰ ਸ਼ੇਰ ਆ ਜਿਹੜਾ ਉਦੋਂ ਦੇ ਗੱਜੀ ਜਾਂਦਾ, ਨਾ ਕਿਸੇ ਨਾਲ ਰਲਿਆ, ਉਹ ਕਿਸੇ ਪਾਰਟੀ ਨਾਲ ਰਲ ਕੇ ਨਹੀਂ ਲੜਿਆ, ਆਪਦਾ ਅਲੱਗ ਹੀ ਆਪਦਾ ਲੜ ਰਿਹਾ, ਆਪਦੇ ਦਮ ਤੇ ਲੜ ਰਿਹਾ। ਉਹ ਤੱਕ ਸਿਮਰਜੀਤ ਸਿੰਘ ਮਾਨ ਹੈ ਜਿਹੜਾ ਉਹੀ ਲੜ ਰਿਹਾ, ਉਹਨਾਂ ਦਾ ਆਪਾਂ ਸਾਥ ਦੇਈਏ ਤੇ ਉਹਨਾਂ ਨੂੰ ਆਪਾਂ ਮੁੱਖ ਮੰਤਰੀ ਬਣਾਈਏ। ਫਿਰ ਉਸ ਤੋਂ ਬਾਅਦ ਅੱਗੇ ਸਾਰੇ ਜਿਵੇਂ ਆਦੇ ਹਾਥੀ ਦੇ ਪੈਰ 'ਚ ਸਾਰਾ ਕੁਝ ਹੀ ਆ ਜਾਂਦਾ। ਜੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਅੱਗੇ ਆਉਣਗੇ, ਸਾਡੇ ਮੁੱਖ ਮੰਤਰੀ ਬਣਨਗੇ ਪੰਜਾਬ ਦੇ, ਤਾਂ ਉਹ ਮੋਦੀ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕਦੇ ਆ। ਐਡਾ ਸੂਰਮੇ ਯੋਧੇ ਆ ਤੇ ਮੋਦੀ ਤੋਂ ਮੰਗਾ ਮਨਵਾ ਸਕਦੇ ਆ ਤੇ ਆਪਾਂ ਡਟ ਕੇ ਉਹਨਾਂ ਦਾ ਸਾਥ ਦੇਈਏ। ਬਾਕੀ ਇੱਕ ਹੋਰ ਗੱਲ ਆ, ਇਹ ਅਫਵਾਹਾਂ ਬੜੀਆਂ ਫੈਲਾਉਂਦੇ ਆ। ਉਹ ਸਾਡੇ ਜਲਾਲ ਅਫਵਾਹ ਫੈਲਾਤੀ ਵੀ ਇਹਦੇ ਬਾਬਾ ਬਲਜਿੰਦਰ ਸਿੰਘ ਲੱਛੇ ਦੇ ਤਾਂ ਕਾਗਜ਼ ਰੱਦ ਹੋ ਗਏ ਤੇ ਉਹ ਅੰਮ੍ਰਿਤਪਾਲ ਦੇ ਸ਼ਾਇਦ ਕਾਗਜ਼ ਚੱਲਦੇ ਆ, ਤੇ ਵਿੱਚ ਇਹ ਵੀ ਇਹ ਕਹਿਣਗੇ ਵੀ ਫਲਾਣੇ ਨਾਲ ਉਹ ਜੀ ਰਲ ਗਿਆ ਝੁੱਕ ਗਿਆ, ਕਿਉਂਕਿ ਮੈਂ ਇਹਨਾਂ ਨੂੰ ਬਹੁਤ ਚਿਰ ਦਾ ਜਾਣਦਾ। ਇਹ ਸਾਰੀਆਂ ਨੀਤੀਆਂ ਖੇਡਦੇ ਹੁੰਦੇ ਆ ਕੇ ਅਖੀਰ ਤੇ ਐਂ ਵੀ ਕਹਿੰਦੇ ਹੁੰਦੇ ਫਲਾਣਾ ਫਲਾਣੇ ਦੇ ਹੱਕ 'ਚ ਬਹਿ ਗਿਆ। ਇੱਕ ਵਾਰੀ ਇਹਨਾਂ ਨੇ ਕੀ ਕਰਿਆ ਸੀ, ਉਹ ਮਲੂਕੇ ਨੇ ਕਹਿਤਾ ਜੀ ਗੁਰਪ੍ਰੀਤ ਦੇ ਕਾਗਜ਼ ਭਰਾ ਤੇ, ਮੁੜ ਕੇ ਕਹਿਤਾ ਵੀ ਗੁਰਪ੍ਰੀਤ ਕਾਂਗੜਾ ਜਿਹੜਾ ਉਹ ਸਾਡੇ ਹੱਕ 'ਚ ਬਹਿ ਗਿਆ। ਇਹ ਵੀ ਗੱਲ ਹੋਈ ਸੀ। ਇਹ ਬਹੁਤ ਜ਼ਿਆਦਾ ਗੇਮਾਂ ਖੇਡਣਗੇ, ਇਹੋ ਜਿਹੀਆਂ ਸਿਆਸੀ ਇਹਨਾਂ ਦੀਆਂ ਚਾਲਾਂ ਹੁੰਦੀਆਂ। ਅਸੀਂ ਤਾਂ ਨਾ ਰੁਕਦੇ ਹੁੰਦੇ, ਨਾ ਝੁਕਦੇ ਹੁੰਦੇ, ਨਾ ਅਸੀਂ ਕੋਈ ਬੈਠਣ ਵਾਲੇ ਵਾਸਤੇ ਖੜੇ ਹਾਂ, ਨਾ ਸਾਨੂੰ ਕੋਈ ਲਾਲਚ ਹੈ। ਅਸੀਂ ਤਾਂ ਕੋਈ ਲਾਲਚ ਨਹੀਂ, ਸਾਨੂੰ ਕੋਈ ਲੋਭ ਨਹੀਂ, ਸਾਨੂੰ ਨਾ ਅਸੀਂ ਕੋਈ ਬੈਠਣ ਵਾਲੇ। ਅਸੀਂ ਤਾਂ ਅਖੀਰ ਤੱਕ ਜਿਹੜੀ ਆ ਜੰਗ ਇਹ ਲੜਾਂਗੇ, ਉਦੋਂ ਬਾਅਦ ਵੀ ਲੜਦੇ ਰਹਾਂਗੇ। ਇਸ ਤੋਂ ਬਾਅਦ ਵੀ ਮਾਨ ਸਾਹਿਬ ਦੀ ਖਾਤਰ ਲੜਦੇ ਰਹਾਂਗੇ, ਪਾਰਟੀ ਦੀ ਖਾਤਰ ਵਫਾਦਾਰ ਰਹਾਂਗੇ, ਪਾਰਟੀ ਦੀ ਖਾਤਰ ਲੜਦੇ ਰਹਾਂਗੇ। ਬਾਕੀ ਤੁਸੀਂ ਵਿਸ਼ਵਾਸ ਰੱਖੋ, ਜੇ ਕੋਈ ਇਹੋ ਜਿਹੀ ਗੱਲ ਹੋਵੇ ਤਾਂ ਸਾਨੂੰ ਉਦੋਂ ਫੋਨ ਤੇ ਲਾਜ਼ਮੀ ਦੱਸਣੀ ਹੈ। ਕੋਈ ਅਫਵਾਹ ਪਿੰਡ 'ਚ ਡਾਉਣ ਤਾਂ ਸਾਨੂੰ ਇਹਨਾਂ ਤੋਂ ਸੁਚੇਤ ਕਰਨ ਵਾਸਤੇ ਸਾਨੂੰ ਜ਼ਰੂਰ ਦੱਸ ਦਿਓ। ਅਸੀਂ ਉਹਨਾਂ ਦੇ ਮਨ 'ਚੋਂ ਆਪਣਾ ਵਹਿਮ ਕੱਢ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜਕਾਰੇ ਗਜਾਵੇ, ਅਕਾਲ ਪੁਰਖ ਨੂੰ ਭਾਵੇ, ਨਿਹਾਲੋ ਜਾਵੇ। ਸਤਿ ਸ੍ਰੀ ਅਕਾਲ। ਹੋਰ ਬਾਬਾ ਜੀ ਕੋਈ ਬੋਲਣਾ ਚਾਹੁੰਦਾ ਤਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਭਾਈ ਬਲਜਿੰਦਰ ਸਿੰਘ ਜੀ ਲੱਸਾ ਜੋ ਆਪਣੇ ਰਾਮਪੁਰਾ ਪੂਲ ਹਲਕਾ ਸੀਟ ਤੇ ਲੜ ਰਹੇ ਨੇ ਚੋਣ ਇਸ ਵਾਰ। ਸੋ ਮੇਰੇ ਭਾਈ ਸਾਹਿਬ ਦੇ ਵਿਚਾਰ ਜ਼ਿਆਦਾ ਏ ਕਿਰਪਾਨ ਵਾਲੇ ਮਸਲੇ ਤੇ। ਹੁਣ 2 ਮਿੰਟ ਹੋਰ ਬੈਠ ਜਾਓ, ਉਹਦੇ ਬਾਰੇ ਵੀ ਜ਼ਰੂਰ ਚਾਨਣਾ ਪਾਈ ਲਈ ਹੈ ਨਾ। 1999 ਦੇ ਵਿੱਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ MP ਦੀ ਸੀਟ ਜਿੱਤਦੇ, ਉਦੋਂ ਕਿਰਪਾਨ ਦਾ ਮਸਲਾ ਕਹਿੰਦੇ ਇਹਨਾਂ ਨੇ ਖੜਾ ਕਰ ਲਿਆ ਨਾ। ਇਸ ਤੋਂ ਬਾਅਦ 1999 ਦੇ ਵਿੱਚ ਜਿੱਤ ਕੇ ਜਾਂਦੇ ਨੇ, ਉਦੋਂ ਸ੍ਰੀ ਸਾਹਿਬ ਉੱਥੇ ਲੈ ਕੇ ਜਾਂਦੇ ਨੇ ਲੋਕ ਸਭਾ ਦੇ ਵਿੱਚ। ਕਈਆਂ ਦੇ ਮਨ ਦੇ ਵਿੱਚ ਇਹੀ ਵਹਿਮ ਪਾਇਆ ਪਿਆ ਵੀ ਕਿਰਪਾਨ ਲੈ ਗਏ, ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਤਾਂ ਦਿੱਤਾ ਸੀਗਾ। ਮੰਨ ਕੇ ਚਲੋ ਉਦਾਹਰਨ ਤੌਰ ਤੇ ਸਿਮਰਨਜੀਤ ਸਿੰਘ ਮਾਨ ਸ੍ਰੀ ਸਾਹਿਬ ਬਾਹਰ ਰੱਖਿਆ ਦੇ, ਫਿਰ ਕੀ ਕਹਿਣਾ ਸੀਗਾ, ਕੁਰਸੀ ਦੀ ਖਾਤਰ ਇਹਨੇ ਸਿੱਖੀ ਠੁਕਰਾਤੀ। ਸਾਰੇ ਪਾਸੋਂ ਫਸਾਇਆ ਜਾ ਰਿਹਾ ਸੀ। ਇਸ ਕਰਕੇ ਇਹਨਾਂ ਵਹਿਮਾਂ ਦੇ ਵਿੱਚ ਨਾ ਪਿਓ। ਤੇ ਸਿਮਰਨਜੀਤ ਸਿੰਘ ਮਾਨ ਦੇ ਉਹਨਾਂ ਦੀ ਪਰਸੋਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਇੱਕ ਬਹੁਤ ਭਾਵੁਕ ਵਚਨ ਗਏ ਉਹਨਾਂ ਨੇ। ਕਹਿੰਦੇ ਗਾਂਧੀ ਵਾਲੇ ਆ ਜਿਹੜੇ ਉਹ ਆਪਦੀ ਕੌਮ ਨੂੰ ਜਿਤਾ ਰਹੇ ਨੇ, ਪਰ ਜਿਹੜੇ ਹਿੰਦੂ ਧਰਮ ਦੇ ਆ ਉਹ ਆਪਦੀ ਕੌਮ ਨੂੰ ਜਿਤਾ ਰਹੇ ਨੇ, ਸਾਰੇ ਜਿਤਾ ਰਹੇ ਨੇ। ਪਰ ਸਿੱਖ ਧਰਮ ਬਹੁਤ ਮੰਦਭਾਗੀ ਗੱਲ ਹੈ ਆਪਣੇ ਲਈ। ਸਿੱਖ ਹੋ ਕੇ ਕਹਿੰਦਾ ਇੱਕ ਸਿੱਖ ਨੂੰ ਵੋਟ ਨਹੀਂ ਪਾ ਰਹੇ, ਆਪਣੇ ਪੰਥ ਨੂੰ ਵੋਟ ਨਹੀਂ ਪਾ ਰਹੇ। ਹੁਣ ਤੁਸੀਂ ਆਪ ਆਪਦੇ ਹਿਰਦਿਆਂ ਦੇ ਅੰਦਰ ਝਾਤ ਮਾਰ ਲਿਓ। ਬਸ ਅਸੀਂ ਐਂ ਨਹੀਂ ਕਹਿੰਦੇ ਵੀ ਸਾਨੂੰ ਵੋਟ ਪਾਓ, ਆਪਦੀ ਜ਼ਮੀਰ ਨੂੰ ਪੁੱਛ ਲਿਓ ਵੀ ਸੱਚ ਨਾਲ ਤੁਰਨਾ ਜਾਂ ਝੂਠ ਨਾਲ। ਸੋ ਇਹ ਤੁਸੀਂ ਆਪ ਆਪਦੇ ਮਨ ਨਾਲ ਵਿਚਾਰ ਕਰ ਲਿਓ ਵੀ ਜੇ ਸੱਚ ਨਾਲ ਤੁਰਨਾ, ਕਹਿੰਦੇ ਜੰਗਲ ਨੂੰ ਲੱਗ ਜਾਂਦੀ ਅੱਗ, ਅੱਗ ਚੱਲਦੀ ਆ, ਚਿੜੀ ਆਉਂਦੀ ਆ, ਚੁੰਝ ਭਰ ਕੇ ਪਾਣੀ ਪਾਈ ਜਾਂਦੀ ਹੈਗੀ ਅੱਗ ਦੇ ਉੱਤੇ। ਕਹਿੰਦੇ ਕਿਸੇ ਨੇ ਪੁੱਛਿਆ ਚਿੜੀਏ ਇਹ ਪਾਣੀ ਪਾਉਣ ਨਾਲ ਅੱਗ ਕਿਵੇਂ ਬੁਝੂਗੀ, ਅੱਗ ਤਾਂ ਬਹੁਤ ਚੱਲ ਰਹੀ ਆ। ਉਹ ਕਹਿੰਦੀ ਨਾ ਬੁਝੇ, ਮੈਨੂੰ ਵੀ ਪਤਾ ਵੀ ਨਹੀਂ ਬੁਝਣੀ, ਪਰ ਇੱਕ ਗੱਲ ਜ਼ਰੂਰ ਚੇਤੇ ਰੱਖੋ ਕਿ ਉਹ ਬੁਝਣ ਵਾਲਿਆਂ ਦੀ ਗਿਣਤੀ ਦੇ ਵਿੱਚ ਮੇਰਾ ਨਾਂ ਜ਼ਰੂਰ ਆਊਗਾ। ਇਹੀ ਬੇਨਤੀ ਆ
ਕਿ ਘੱਟੋ ਘੱਟ ਆਪਣਾ ਉਹ ਪ੍ਰਮਾਤਮਾ ਦੇ ਦਰ ਅੱਗੇ ਤਾਂ ਸੱਚੇ ਹੋ ਜਾਵਾਂਗੇ ਨਾ। ਜੇ ਕਦੇ ਆਪਾਂ ਝੂਠਿਆਂ ਮਗਰ ਲੱਗ ਗਏ ਤਾਂ ਪ੍ਰਮਾਤਮਾ ਦੇ ਅੱਗੇ ਕੀ ਮੂੰਹ ਦਿਖਾਵਾਂਗੇ ਆਪਾਂ ਵੀ ਪਾਈਆਂ ਸਾਡੇ ਕੁਰਬਾਨਾਂ ਗਈਆਂ। ਅਸੀਂ ਝੂਠਿਆਂ ਬੰਦਿਆਂ ਮਗਰ ਤੁਰੇ ਫਿਰਦੇ ਆਂਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬਾਬਾ ਜੀ ਦਾ ਚੋਣ ਨਿਸ਼ਾਨ ਹੈਗਾ ਸਮੁੰਦਰੀ ਸਿੱਪ ਜੀ। ਸਮੁੰਦਰੀ ਜਹਾਜ਼ ਤੇ ਮੋਹਰਾਂ ਲਾਉਣੀਆਂ ਨੇ। ਆਪਾਂ ਤਾਂ ਇਹੀ ਚੈੱਕ ਕਰਨਾ ਵੀ ਕਿੰਨੇ ਕੁ ਦੀ ਜ਼ਮੀਰ ਜਾਗਦੀ ਆਪਣੇ ਪਿੰਡ ਦੇ ਵਿੱਚ। ਇਹ ਕੋਈ ਵੋਟਾਂ ਮੰਗਣ ਨਹੀਂ, ਇਹਦਾ ਜ਼ਮੀਰ ਹੀ ਚੈੱਕ ਕਰ ਰਿਹਾ। ਇੱਕ ਸਰਵੇ ਹੋ ਰਿਹਾ ਆਪਣਾ ਵੀ ਕਿੰਨੇ ਜਾਣੇ ਦੀ ਆਪਣੀ ਜ਼ਮੀਰ ਜਾਗਦੀ ਆ। ਤੇ ਨਹੀਂ ਫਿਰ ਮਰੀਆਂ ਜ਼ਮੀਰਾਂ ਲੈ ਕੇ ਤੁਰੇ ਫਿਰੋਗੇ, ਉਹ ਕੋਈ ਹੱਲ ਨਹੀਂ ਉਹਦਾ ਤਾਂ, ਹਨਾ। ਜਿਹਦੀ ਜ਼ਮੀਰ ਹੀ ਮਰ ਜਾ ਉਹਨੂੰ ਕਹਿੰਦੇ ਕੀ ਕਹਿਣਾਗੇ ਤੂੰ ਮੁੜ ਕੇ ਤਾਂ। ਬਸ ਇਹੀ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।